ਕਰਾਉਣ ਗਏ ਸੀ ਉਹਦੇ ਵਾਸਤੇ ਕੀ ਹੋਇਆ? ਅਸੀਂ ਜੀ ਆਮ ਆਦਮੀ ਪਾਰਟੀ ਵੱਲੋਂ ਭਿੱਖੀਵਿੰਡ ਜੋ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ 13 ਦੇ 13 ਕੈਂਡੀਡੇਟ ਖਿਲਾਰੇ ਨੇ ਔਰ ਉਸਨਾਂ ਦੀਆਂ ਫਾਈਲਾਂ ਜਮ੍ਹਾਂ ਕਰਾਉਣ ਲਈ ਅਸੀਂ ਨਗਰ ਨਿਗਮ ਦੇ ਅੰਦਰ ਹੋ ਰਹੇ ਸੀ ਤੇ ਸਾਨੂੰ ਪੁਲਿਸ ਨੇ ਧੱਕੇ ਮਾਰੇ ਔਰ ਜੋ 250 ਕਰਮਚਾਰੀ ਪੁਲਿਸ ਦਾ ਉਹਨਾਂ ਨੇ ਸੁਖਪਾਲ ਸਿੰਘ ਭੁੱਲਰ ਦੇ ਕਹਿਣ ਦੇ ਉੱਤੇ ਸਾਡੇ ਬੰਦਿਆਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਵੀ ਇਹਨਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦੇਣੇ। ਨਾਲ 200-250 ਬੰਦਾ ਕਾਂਗਰਸ ਦਾ ਜਿਹੜਾ ਗੁੰਡਾ ਇੱਥੇ ਇਕੱਠਾ ਹੋਇਆ ਹੈ ਉਹਨਾਂ ਨੇ ਸਾਡੇ ਸਾਥੀਆਂ ਦੇ ਉੱਤੇ ਹੱਲਾ ਕੀਤਾ ਹੈ। ਸਾਡੇ ਰਣਵੀਰ ਸਿੰਘ ਜੀ ਬਲਾਕ ਇੰਚਾਰਜ ਨੇ ਇੱਥੋਂ ਭਿੱਖੀਵਿੰਡ ਦੇ ਔਰ ਕੈਂਡੀਡੇਟ ਵੀ ਨੇ ਜਿਹੜੇ 1 ਨੰਬਰ ਵਾਰਡ ਤੋਂ ਲੜ ਰਹੇ ਨੇ। ਆਹ ਦੇਖੋ ਇਹਨਾਂ ਨੂੰ ਸੱਟਾਂ ਲਾਈਆਂ ਗਈਆਂ ਨੇ, ਆਹ ਦੇਖੋ ਔਰ ਇਹਨਾਂ ਦੀ ਪੱਗ ਉਤਾਰੀ ਗਈ ਹੈ ਔਰ ਇੱਕ ਬੰਦੇ ਦੇ ਮਗਰ 20 ਤੋਂ 50 ਗੁੰਡੇ ਲੱਗੇ ਹੋਏ ਨੇ। ਸਾਰੀਆਂ ਫਾਈਲਾਂ ਖੋਹ ਲਈਆਂ ਗਈਆਂ ਨੇ ਔਰ ਪੂਰਾ ਗੁੰਡਾ ਤੰਤਰ ਵਿਖਾਇਆ ਗਿਆ, ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਕਿੰਨੀਆਂ ਫਾਈਲਾਂ ਤੁਹਾਡੀਆਂ ਜਿਹੜੀਆਂ ਹੁਣ ਕਿਉਂਕਿ ਜਿਹੜੀ ਸਾਰੀ ਕਾਂਗਰਸ ਦਾ ਗੁੰਡਾ ਤੰਤਰ ਹੈਗਾ ਔਰ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਪੰਜਾਬ ਪੁਲਿਸ ਹੈ ਉਹ ਉਸ ਤੋਂ ਵੱਡੀ ਗੁੰਡਾ ਤੰਤਰ ਨੂੰ ਸਹਿ ਰਹੀ ਹੈ। ਸਾਰੇ ਇੱਥੇ ਪੰਜਾਬ ਪੁਲਿਸ ਨਹੀਂ, ਮੈਂ ਕਹਾਂ ਸਾਰੇ ਗੁੰਡੇ ਇਕੱਠੇ ਹੋਏ ਨੇ। ਸਾਰੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਇੱਥੋਂ ਨਿਕਲ ਜਾਓ, ਤੁਸੀਂ ਇੱਥੇ ਕਾਹਦੀਆਂ ਫਾਈਲਾਂ ਜਮ੍ਹਾਂ ਕਰਾਉਣੀਆਂ, ਕੋਈ ਫਾਈਲ ਜਮ੍ਹਾਂ ਨਹੀਂ ਹੋਣੀ। ਸਿੱਧਾ ਕਹਿ ਰਹੇ ਨੇ। ਕਾਂਗਰਸ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਕਿ ਅਸੀਂ ਜਿੱਤ ਜਾਵਾਂਗੇ ਜੇ ਤੁਹਾਡੇ ਕਾਗਜ਼ ਦਾਖਲ ਹੁੰਦੇ? ਦੇਖੋ ਜੀ, ਕਾਂਗਰਸ ਨੇ ਸੁਖਪਾਲ ਸਿੰਘ ਭੁੱਲਰ ਨੇ ਪਿਛਲੇ 4 ਸਾਲਾਂ ਦੇ ਵਿੱਚ ਜੇ ਭਿੱਖੀਵਿੰਡ ਕੋਈ ਵਿਕਾਸ ਕੀਤਾ ਹੁੰਦਾ ਤਾਂ ਉਹ ਇਲੈਕਸ਼ਨ ਜ਼ਰੂਰ ਕਰਾਉਂਦਾ, ਪਰ ਉਸ ਦੇ ਨੂੰ ਇਹ ਪਤਾ ਹੈ ਕਿ ਜੇਕਰ ਉਹ ਇੱਥੇ ਇਲੈਕਸ਼ਨ ਇਮਾਨਦਾਰੀ ਨਾਲ ਲੋਕਤੰਤਰੀ ਢੰਗ ਨਾਲ ਉਹ ਇਲੈਕਸ਼ਨ ਕਰਾਉਂਦਾ ਹੈ ਉਹਨੂੰ ਇੱਥੇ ਇੱਕ ਵੀ ਸੀਟ ਨਹੀਂ ਆਉਣ ਵਾਲੀ ਔਰ ਇਸ ਕਰਕੇ ਉਹ ਗੁੰਡਾ ਤੰਤਰ ਕਰਕੇ ਗੁੰਡੇ ਇਕੱਠੇ ਕਰਕੇ ਗੈਰ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਕਰਾਉਣੀ ਚਾਹੁੰਦਾ ਹੈ। ਪ੍ਰਧਾਨ ਜੀ, ਅੱਜ ਜਿਹੜੇ ਕਾਗਜ਼ ਜਮ੍ਹਾਂ ਕਰਾਏ ਜਾਣੇ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਉਮੀਦਵਾਰਾਂ 'ਚ ਪਾਇਆ ਜਾ ਰਿਹਾ ਹੈ? ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਪਾਰਟੀ ਵੱਲੋਂ ਜਿਹੜੇ ਆ ਭਿੱਖੀਵਿੰਡ ਨਗਰ ਕੌਂਸਲ ਦੇ 13 ਐਮਸੀਆਂ ਦੀ ਜਿਹੜੀ ਆ ਚੋਣ ਹੋਣ ਜਾ ਰਹੀ ਆ ਉਹਦੇ ਸੰਬੰਧ 'ਚ ਅੱਜ ਅਸੀਂ ਆਪਣੇ ਜਿਹੜੇ ਆ ਸਾਰੇ ਨਾਮਜ਼ਦਗੀ ਪੇਪਰ ਜਿਹੜੇ ਆ ਉਹ ਦਾਖਲ ਕਰਾਉਣ ਜਾ ਰਹੇ ਆ ਤੇ ਸਾਡੇ ਵਰਕਰਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਵਾ ਜੋ ਕਿ ਤੁਹਾਡੇ ਸਾਹਮਣੇ ਵੇਖਣ ਨੂੰ ਮਿਲ ਰਿਹਾ। ਇੱਕ ਛੋਟੀ ਜਿਹੀ ਕਾਲ ਤੇ ਮਤਲਬ ਕੀ ਆ ਇਹਨਾਂ ਨੇ ਇੰਨਾ ਤਕੜਾ ਹਰ ਇੱਕ ਵਾਰਡ ਦੇ ਵਿੱਚੋਂ ਆਪਾਂ ਆਪਣੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਪਹੁੰਚੇ ਆ ਤੇ ਉਹ ਜਿਹੜੇ ਆ ਨਾਲ ਜਿਹੜੇ ਕਾਗਜ਼ ਦਾਖਲ ਕਰਾਉਣ ਜਾ ਰਹੇ ਆ। ਕਾਗਜ਼ਾਂ ਦੇ ਵਿੱਚ ਕੋਈ ਹੇਰ-ਫੇਰ ਹੋਣ ਦੀ ਤੁਹਾਨੂੰ ਲੱਗਦੀ ਹੈ? ਉਹ ਤਾਂ ਜੀ ਵਿਰੋਧੀ ਵੇਖੋ ਜੀ ਘਬਰਾਏ ਪਏ ਆ, ਉਹ 100 ਕਰ ਸਕਦੇ ਪਰ ਅਸੀਂ ਆਪਣੇ ਵੱਲੋਂ ਪੂਰੀ ਤਿਆਰੀ ਜਾਂ ਪੂਰੇ ਕਾਗਜ਼ੀ ਪੱਤਰ ਪੂਰੇ ਸਟਰੋਂਗ ਕਰਕੇ ਜਿਹੜਾ ਮਤਲਬ ਕਿ ਆਪਣਾ ਜਿਹੜਾ ਅੰਦਰ ਦਾਖਲ ਵੀ ਕਰਾਉਣੇ ਆ, ਸਾਰਾ ਕੁਝ ਕਰਨਾ, ਇਲੈਕਸ਼ਨ ਵੀ ਲੜਨੇ ਆ ਤੇ ਵਿਰੋਧੀਆਂ ਨੂੰ ਜਿੱਤ ਵੀ ਕਰਨਾ। ਕਿੰਨੀਆਂ ਸੀਟਾਂ ਤੇ ਜਿਹੜੇ ਕਾਗਜ਼ ਜਮ੍ਹਾਂ ਕਰਾ ਰਹੇ ਅਸੀਂ ਜੀ 13 ਸੀਟਾਂ ਦੇ ਅੱਜ ਕਾਗਜ਼ ਦਾਖਲ ਕਰਾ ਰਹੇ ਜੀ। ਤੁਹਾਨੂੰ ਪਤਾ ਕਿ ਨਗਰ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਸ਼ੁਰੂ ਨੇ, ਉਹਨਾਂ ਵਾਸਤੇ ਨਾਮਜ਼ਦਗੀਆਂ ਦਾ ਤਰੀਕ ਸੀ ਅੱਜ। ਅਸੀਂ ਆਪਣੇ ਉਮੀਦਵਾਰਾਂ ਦੇ ਨਾਲ, ਇਹ ਸਾਡਾ ਉਮੀਦਵਾਰ ਹੈ, ਉਮੀਦਵਾਰ ਦੇ ਨਾਲ ਅਸੀਂ ਫਾਰਮ ਭਰਨਾ ਹੈ। ਸਾਰੀਆਂ ਫਾਈਲਾਂ ਮੇਰੇ ਕੋਲ ਸੀ। ਕਿੰਨੇ ਨੰਬਰ ਵਾਰਡ 'ਚ ਹੋਏ ਜੀ? ਹਾਂਜੀ, 1 ਨੰਬਰ ਵਾਰਡ 'ਚੋਂ ਨੇ ਤੇ ਦੂਜੀਆਂ ਫਾਈਲਾਂ ਵੀ ਨਾਲ ਸੀ ਮੇਰੇ 4 ਹੋਰ, ਸੋ 3 ਫਾਈਲਾਂ ਹੋਰ ਸੀ, ਚੌਥੀ ਫਾਈਲ ਲੈਂਦੀ ਸੀ। ਅਸੀਂ 4 ਫਾਈਲਾਂ ਜਮ੍ਹਾਂ ਕਰਾਉਣ ਵਾਸਤੇ ਆਏ ਜਦੋਂ, ਤੇ ਉਸ ਵੇਲੇ ਇਹਨਾਂ ਨੇ ਗੁੰਡਾਗਰਦੀ ਕੀਤੀ ਤੇ ਮੇਰੇ ਕੋਲੋਂ ਫਾਈਲਾਂ ਖੋਹਣ ਦੀ ਕੋਸ਼ਿਸ਼ ਕੀਤੀ। ਮੈਂ ਭੱਜਿਆ ਪਰ ਮੈਥੋਂ ਅੱਗੋਂ ਰਣਵੀਰ ਸਿੰਘ ਮੇਰੀ ਫਾਈਲਾਂ ਫੜ ਕੇ ਅੱਗੇ ਭੱਜ ਕੇ ਮੈਂ ਜਾਣਾ ਲੈ ਕੇ, ਸੋ ਮੇਰੇ ਕੋਲੋਂ ਇਹਨੇ ਫਾਈਲਾਂ ਫੜ ਲਈਆਂ ਔਰ ਇਹਨਾਂ ਤੋਂ ਉਹਨਾਂ ਨੇ ਧੱਕੇ ਨਾਲ ਫਿਰ ਪੱਗ ਲਾਤੀ, ਥੱਲੇ ਨੱਪ ਲਿਆ, ਇਹਨੂੰ ਥੱਕਾਂ ਲਾਈਆਂ। ਆਹ ਗੋਡੇ ਵੇਖੋ ਛਿੱਲਿਆ, ਇੱਧਰ ਵੇਖੋ, ਆਹ ਤੁਸੀਂ ਵੇਖੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ। ਪਾੜ ਕੇ ਅਸੀਂ ਮਸਾਂ ਬਚਾਇਆ ਇਹਨੂੰ, ਮੈਂ ਨਾਲ ਹਰੇ ਹੋਏ ਆ, ਪਾਸੇ ਹਰੇ ਹੋਏ ਆ। ਹਾਂਜੀ, ਬੱਬੂ ਸ਼ਰਮਾ ਪੱਥਰਾਲਾ ਜੀ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਜੀ। ਕੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ? ਪੁਲਿਸ ਨੰਬਰ ਤੇ ਆ ਜੀ, ਵੇਖਦੀ ਰਹੀ ਆ। ਮੈਂ ਜੇ ਮੇਰੀ ਜਿਹੜੀ ਵਾਰਡੀ ਗਈ ਆ ਕਿ ਪੁਲਿਸ ਸੇ ਭਿੱਖੀਵਿੰਡ ਦੀ ਜਿਹੜੀ ਨੰਬਰ ਤੇ ਆ ਉਹ ਦੇਖਦੀ ਰਹੀ ਆ। ਉਹਦੇ ਵਿੱਚ ਕੋਈ ਨਹੀਂ ਹੈਗਾ ਜੀ। ਤੁਸੀਂ ਕੀ ਮੰਗ ਕਰਦੇ ਜੀ? ਆਈਆਂ ਨੇ ਕਿ ਜਿਹੜੇ ਬੱਬੂ ਸ਼ਰਮਾ ਵਾ, ਜੋ ਵੀ ਕਾਂਗਰਸ ਦੇ ਇੱਥੇ ਕਾਰੋਗਰ ਨੇ ਗੁੰਡਾਗਰਦੀ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਫਾਈਲਾਂ ਦੀ ਸਾਨੂੰ ਤਰੀਕ ਬਾਅਦ ਦਿੱਤੀ ਜਾਵੇ ਤਾਂ ਜੋ ਕਿਸੇ ਫਾਈਲਾਂ ਦੀ ਤਰੀਕ ਵਧਾਈ ਜਾਵੇ, ਤਰੀਕੇ ਨਾਲ ਡੇਟ ਵਧਾਈ ਜਾਵੇ ਔਰ ਫਾਈਲਾਂ ਸਰਕਾਰ ਥੋੜੀਆਂ ਆਪ ਜਮ੍ਹਾਂ ਕਰੇ ਤੇ ਅਸੀਂ ਮੁਕਾਬਲਾ ਕਰਨਾ ਚਾਹੁੰਦੇ ਹਾਂ, ਦੇਖਦੇ ਹਾਂ ਕਿੱਦਾਂ ਜਿੱਤਦੇ ਨੇ, ਕਿਉਂਕਿ ਦੁਨੀਆ ਸਾਰੀ ਆਮ ਆਦਮੀ ਪਾਰਟੀ ਦੇ ਨਾਲ ਹੈ। ਮੇਰੀ ਨੰਬਰ ਵਾਰਡ ਦਾ ਕੈਂਡੀਡੇਟ ਹੈ ਨਾ, ਉਹਨੂੰ ਪਤਾ ਮੈਂ ਹਰਿਆਣਾ ਉਹ 4 ਦਿਨ ਪਹਿਲਾਂ ਹੀ ਇੱਥੇ ਇਹੀ ਪ੍ਰੋਬਲਮ ਬਣਦੀ ਪਈ ਉਹਨਾਂ ਦੀ ਕਿ ਫਾਈਲਾਂ ਖੋਹਣੀਆਂ ਵਾ, ਉੱਦਾਂ ਅਸੀਂ ਨਹੀਂ ਜਿੱਤ ਸਕਦੇ, ਬਿਲਕੁਲ ਹਰੇ ਹੋਏ ਆ। ਵੱਲੋਂ ਪੇਪਰ ਦਾਖਲ ਕਰਾਏ ਜਾ ਰਹੇ ਆ, ਕਿਹੋ ਜਿਹਾ ਮਤਲਬ ਕਿ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਤੇ ਕਿੰਨੇ ਵਾਰਡਾਂ ਲਈ ਪੇਪਰ ਦਾਖਲ ਕਰਾਇਆ ਜਾ ਰਿਹਾ? ਨਗਰ ਪੰਚਾਇਤ ਭਿੱਖੀਵਿੰਡ ਦੀਆਂ 13 ਵਾਰਡਾਂ ਨੇ, 13 ਦੀਆਂ 13 ਵਾਰਡਾਂ ਤੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਖੜੇ ਕੀਤੇ ਨੇ ਔਰ ਉਹ ਉਮੀਦਵਾਰ ਖੜੇ ਕੀਤੇ ਨੇ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ, ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ, ਜਿਹੜੇ ਲੋਕਾਂ ਵਿੱਚ ਵਿਚਰਦੇ ਨੇ, ਜਿਹੜੇ ਪਾਰਟੀ ਦੀ ਸੇਵਾ ਕਰਦੇ ਨੇ, ਜਿਹੜੇ ਲੋਕਾਂ ਦੀ ਮਨਪਸੰਦ ਨੇ। ਇਸ ਕਰਕੇ ਉਮੀਦਵਾਰ ਬਣਾਏ ਨੇ। ਹੁਣ ਅੱਜ ਕਾਗਜ਼ ਦਾਖਲ ਕਰਾਏ ਜਾ ਰਹੇ ਨੇ ਔਰ ਮਾਹੌਲ ਤੁਸੀਂ ਵੀ ਦੇਖ ਰਹੇ ਜੇ, ਹਰੇਕ ਦੀ ਜ਼ੁਬਾਨ ਤੇ ਵੀ ਚਰਚਾ ਆ। ਮੇਰਾ ਖਿਆਲ ਤੁਹਾਡੇ ਕੋਲ ਵੀ ਖਬਰਾਂ ਪਹੁੰਚੀਆਂ ਹੋਣੀਆਂ ਕਿ ਕਾਂਗਰਸੀ ਜਿਹੜੇ ਉਮੀਦਵਾਰ ਐਲਾਨੇ ਸੀ ਉਹ ਮੈਦਾਨ ਛੱਡ ਕੇ ਭੱਜ ਰਹੇ ਨੇ ਤੇ ਜਿਹੜੇ ਮੌਜੂਦਾ ਵਿਧਾਇਕ ਨੇ ਹਲਕੇ ਦੇ
ਉਹ ਆਣ ਕੇ ਉਹਨਾਂ ਦੇ ਤਰਲੇ ਕੱਢਣ ਡਿਆ ਵੀ ਮੇਰੀ ਪੱਗ ਦਾ ਸਵਾਲ ਹੈ। ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਉਮੀਦਵਾਰ ਮੈਦਾਨ ਛੱਡ ਕੇ ਭੱਜ ਰਿਹਾ ਕਿ ਮੈਂ ਉਮੀਦਵਾਰ ਨਹੀਂ ਬਣਨਾ, ਜਿਨ੍ਹਾਂ ਨੂੰ ਐਲਾਨਿਆ ਗਿਆ, ਤੇ ਐਮਐਲਏ ਨੂੰ ਆਣ ਕੇ ਉਹਨਾਂ ਦੇ ਤਰਲੇ ਮਾਰਨੇ ਪੈ ਰਹੇ ਨੇ। ਕਾਂਗਰਸ ਪਾਰਟੀ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਜਿਨ੍ਹਾਂ ਨੂੰ ਉਮੀਦਵਾਰ ਐਲਾਨਿਆ ਆ ਉਹਨਾਂ ਦੇ ਤਰਲੇ ਕੱਢ ਰਹੀ। ਇਹ ਹਾਲਾਤ ਬਣੇ ਪਏ ਨੇ ਤੇ ਇਸ ਕਰਕੇ ਜਿਹੜਾ ਆ ਜਿੱਤਾਂਗੇ ਔਰ ਸ਼ਾਨ ਨਾਲ ਜਿੱਤਾਂਗੇ ਔਰ ਇੱਥੇ ਨਗਰ ਪੰਚਾਇਤ ਦੇ ਮੁਕੰਮਲ ਰੂਪ 'ਚ ਜਿੱਤ ਪ੍ਰਾਪਤ ਕਰਕੇ ਜਿਹੜਾ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਤੇ ਲੋਕਾਂ ਦੀ ਜਿਹੜੀ ਚਾਹਤ ਹੈ ਉਹ ਜਿਹੜੀ ਆ ਪੂਰੀ ਕਰਕੇ ਇੱਥੇ ਨਗਰ ਪੰਚਾਇਤ ਬਣਾਈ ਜਾਏਗੀ। ਕਿੰਨਾ ਕੁ ਲੱਗਦਾ ਕਿ ਸਰਕਾਰ ਜਾਂ ਹਲਕਾ ਵਿਧਾਇਕ ਚੋਣਾਂ ਨੂੰ ਪਾਰਦਰਸ਼ੀ ਰੱਖਣਗੇ? ਦੇਖੋ ਤੁਸੀਂ ਇੱਥੇ ਹਿਸਾਬ ਲਾ ਸਕਦੇ ਜੇ ਕਿ ਪਾਰਦਰਸ਼ੀ ਇੰਨਾ ਕੁ ਸੀਗਾ ਕਿ ਜਿਸ ਤਰ੍ਹਾਂ ਦੇ ਅਫਸਰਸ਼ਾਹੀ ਵੱਲੋਂ ਸਾਡੇ ਨਾਲ ਵਿਹਾਰ ਕੀਤਾ ਗਿਆ ਤੇ ਸਾਨੂੰ ਜਾ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਔਰ ਆਫੀਸਰ ਸਾਹਿਬਾਨ ਨੂੰ ਸਮਝਾਉਣਾ ਪਿਆ ਕਿ ਭਾਈ ਇਹ 2-4 ਮਹੀਨੇ ਦੀ ਸਰਕਾਰ ਰਹਿ ਗਈ ਹੈ, ਜੇ ਕੋਤਾਹੀ ਕਰੋਗੇ, ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਤਰ੍ਹਾਂ ਦੀ ਕਾਰਵਾਈ ਕਰੋਗੇ ਤੇ ਫਿਰ ਜਿਹੜਾ ਆ ਹਾਈ ਕੋਰਟ 'ਚ ਵੀ ਤੁਹਾਨੂੰ ਜਵਾਬਦੇਹੀ ਦੇਣੀ ਪਊਗੀ। ਤੇ ਆਉਣ ਵਾਲੇ ਸਮੇਂ 'ਚ ਐ ਕੰਧ ਤੇ ਸਪਸ਼ਟ ਅੱਖਾਂ 'ਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ, ਫਿਰ ਤੁਹਾਨੂੰ ਉੱਥੇ ਵੀ ਜਵਾਬਦੇਹ ਬਣਾਇਆ ਜਾਊਗਾ। ਤੇ ਮੇਰੇ ਖਿਆਲ ਆਫੀਸਰ ਵੀ ਹੁਣ ਸਿਆਣੇ ਨੇ ਤੇ ਉਹ ਵੀ ਦੱਸਦੇ ਕਿ ਸਾਡੇ ਤੇ ਦਬਾਅ ਬੜਾ ਆ, ਸਾਨੂੰ ਬੜਾ ਕਹਿਆ ਘਵਾਇਆ ਜਾ ਰਿਹਾ ਆ। ਹਾਂਜੀ, ਔਰ ਜਿਹੜੇ ਉਮੀਦਵਾਰ ਬਣੇ ਵੀ ਸੀ ਕਾਂਗਰਸ ਵਾਲੇ ਇਸੇ ਕਰਕੇ ਬਣ ਗਏ ਸੀ ਕਿ ਸ਼ਾਇਦ ਇੱਥੇ ਚੋਣਾਂ ਹੀ ਨਹੀਂ ਹੋਣੀਆਂ, ਜਿਸ ਤਰ੍ਹਾਂ ਪਹਿਲੋਂ ਖੇਮਕਾ ਨਗਰ ਪੰਚਾਇਤ ਦੀਆਂ ਚੋਣਾਂ ਨਹੀਂ ਹੋਈਆਂ, ਪੰਚਾਇਤਾਂ ਦੀਆਂ ਚੋਣਾਂ ਨਹੀਂ ਹੋਈਆਂ, ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨਹੀਂ ਹੋਈਆਂ, ਬਲਾਕ ਸੰਮਤੀਆਂ ਦੀਆਂ ਚੋਣਾਂ ਨਹੀਂ ਹੋਈਆਂ, ਕਿਸੇ ਉਮੀਦਵਾਰ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ, ਜਿਸ ਤਰ੍ਹਾਂ ਦੀਆਂ ਬਦਮਾਸ਼ੀਆਂ ਕੀਤੀਆਂ ਗਈਆਂ ਸੀਗੀਆਂ। ਉਹਨਾਂ ਬਦਮਾਸ਼ੀਆਂ ਕਰਕੇ ਜਿਹੜਾ ਆ ਇਹ ਕਾਂਗਰਸੀਆਂ ਨੂੰ ਆਸ ਸੀਗੀ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇੱਥੇ ਚੋਣ ਹੋਊਗੀ, ਹੁਣ ਮੈਦਾਨ ਛੱਡ ਕੇ ਭੱਜ ਰਹੇ ਨੇ। ਬਾਕੀ ਕੋਈ ਗੱਲ ਨਹੀਂ, ਮੈਦਾਨ 'ਚ ਆਉਣ, ਜਿਹਨੂੰ ਵੀ ਖੜਾ ਕਰਨਗੇ ਡਟ ਕੇ ਮੁਕਾਬਲਾ ਕਰਾਂਗੇ, ਡਟ ਕੇ ਜਿੱਤ ਪ੍ਰਾਪਤ ਕਰਾਂਗੇ। ਔਰ ਅਕਾਲੀ ਵਰਕਰਾਂ 'ਚ, ਅਕਾਲੀ ਵੋਟਰਾਂ 'ਚ ਔਰ ਅਕਾਲੀ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਆ ਤੇ ਲੋਕ ਜਿਹੜੇ ਨੇ ਉਹ ਮੂੰਹੋਂ ਹੀ ਕਹਿੰਦੇ ਆ, ਇੱਥੋਂ ਤੱਕ ਕਿ ਕਾਂਗਰਸੀ ਵੀ ਕਹਿੰਦੇ ਆ ਕਿ ਜੇ ਚੋਣਾਂ ਹੋ ਗਈਆਂ ਇੱਥੋਂ ਕਾਂਗਰਸ ਦਾ ਸਫਾਇਆ, ਤੇ ਜੇ ਕਾਂਗਰਸੀ ਇਹ ਗੱਲ ਕਹਿੰਦੇ ਆ ਤੇ ਫਿਰ ਇੱਥੋਂ ਤੁਸੀਂ ਕਾਂਗਰਸ ਦਾ ਸਾਥ ਲਾ ਹੀ ਸਕਦੇ। ਠੀਕ ਹੈ ਸਰ। ਆਪਾਂ ਦੇ ਤੱਕ ਜਾਣਾ। ਸਰ ਅੱਜ ਕਿੰਨੇ ਨੋਮੀਨੇਸ਼ਨ ਜਿਹੜੇ ਦਾਖਲ ਭਿੱਖੀਵਿੰਡ ਦੀ ਗੱਲ ਕਰੀਏ ਤਾਂ ਕਿੰਨੇ ਤੁਹਾਡੇ ਕੋਲ ਆਏ ਸੀ ਤੇ ਹੁਣ ਤੱਕ ਕਿੰਨੇ ਹੋਏ? ਅੱਜ ਅਸੀਂ ਇੱਥੇ ਨਗਰ ਪੰਚਾਇਤ ਭਿੱਖੀਵਿੰਡ ਦਫ਼ਤਰ 'ਚ ਬੈਠੇ ਸੀ, ਕੈਂਡੀਡੇਟ ਦੀਆਂ ਨੋਮੀਨੇਸ਼ਨ ਸੀਟਾਂ 'ਤੇ ਬੈਠੇ ਹੋਏ ਸੀ। 11 ਵਜੇ ਤੋਂ ਸਟਾਰਟਿੰਗ ਸੀ ਪਰ ਅੱਜ ਤੱਕ ਹੁਣ ਤੱਕ ਸਾਡੇ ਦਫ਼ਤਰ ਦੇ ਵਿੱਚ ਕੋਈ ਵੀ ਨੋਮੀਨੇਸ਼ਨ ਦਾਖਲ ਨਹੀਂ ਹੋਈ। ਤੇ ਸਰ ਬਾਹਰ ਵਾਇਲੈਂਸ ਬੜਾ ਹੋਇਆ, ਪੁਲਿਸ ਮੂਕ ਦਰਸ਼ਕ ਬਣੀ ਰਹੀ, ਈਵਨ ਕਿ ਤੁਹਾਡੇ ਸਟਾਫ ਨੂੰ ਵੀ ਖਤਰਾ ਸੀ ਜਾਣ ਦਾ, ਕਿਉਂਕਿ ਜੇ ਬਾਹਰ ਫਾਇਰਿੰਗ ਹੋ ਸਕਦੀ ਸੀ ਅੰਦਰ ਵੀ ਹੋ ਸਕਦਾ ਸੀ। ਹਾਂ, ਇਹ ਕੁਛ ਹੈ ਧਿਆਨ 'ਚ ਨੋਟਿਸ ਆ ਰਿਹਾ ਸੀ, ਪਰ ਅੰਦਰ ਕੈਂਪਸ ਅੰਦਰ ਅਸੀਂ ਬੈਠੇ ਸੀ। ਬਾਹਰ ਦਾ ਸਿਚੁਏਸ਼ਨ ਅਸੀਂ ਐਸਐਸਪੀ ਨੂੰ ਧਿਆਨ 'ਚ ਲਿਆਤਾ ਸੀ, ਡੀ ਸਾਹਿਬ ਦੇ ਧਿਆਨ 'ਚ ਲਿਆਤਾ ਸੀ, ਡੀਐਸਪੀ ਨੂੰ ਕਹਿਤਾ ਸੀ, ਉਹਨਾਂ ਨੇ ਆਪਣਾ ਆਰਡਰ ਦੇਖਿਆ ਸੀ। ਬਾਹਰ ਉਹਨਾਂ ਦੇ ਅਫਸਰਾਂ ਦੇ ਧਿਆਨ 'ਚ ਸੀ, ਉਸੇ ਵੇਲੇ ਆਈ ਰਿਪੋਰਟ ਦੇ ਸਰ ਲਾਅ ਐਂਡ ਆਰਡਰ ਦੀ ਸਥਿਤੀ ਜਿਸ ਤਰ੍ਹਾਂ ਅੱਜ ਕੋਈ ਹੋ ਨਹੀਂ ਪਾਈ, ਕੱਲ ਲਾਸਟ ਡੇ ਹੈ ਤੇ ਕੱਲ ਵੀ ਇਸ ਤਰ੍ਹਾਂ ਦਾ ਸੈਂਸਿਟਿਵ ਮਾਹੌਲ ਬਣ ਸਕਦਾ, ਲਾਅ ਐਂਡ ਆਰਡਰ ਵਾਸਤੇ ਤੁਸੀਂ ਕੁਝ? ਅਸੀਂ ਪੁਲਿਸ ਦੇ ਮਿੰਟਸ ਰਿਪੋਰਟ ਆਪਣੇ ਸੀਨੀਅਰ ਅਫਸਰ ਨੂੰ ਦੇ ਰਹੇ ਸੀ, ਐਸਐਸਪੀ ਨੂੰ ਦਿੱਤੀ, ਐਜ ਡੀ ਸਾਹਿਬ ਨੂੰ, ਕਲੈਕਟਰ ਨੂੰ, ਜ਼ਿਲ੍ਹਾ ਮਜਿਸਟਰ ਸਾਹਿਬ ਧਿਆਨ 'ਚ ਲਿਆ ਰਹੇ। ਮੇਨਟੇਨ ਲਾਅ ਦਾ ਪੂਰਾ ਸੀ ਧਿਆਨ ਰੱਖਿਆ। ਓਕੇ, ਥੈਂਕ ਯੂ। ਔਰ ਲੋਕ ਜਿਹੜੇ ਨੇ ਪਹਿਲਾਂ ਹੀ ਇਹਨਾਂ ਤੋਂ ਦੁਖੀ ਹੈ ਤੇ ਜਿਹੜੀ ਹੁਣ ਇਹਨਾਂ ਗੁੰਡਾਗਰਦੀ ਕੀਤੀ ਹੈ ਤੇ ਮੇਰਾ ਖਿਆਲ ਹੈ ਕਿ ਹੁਣ ਤਾਂ ਜਿਹੜੇ ਕਾਂਗਰਸ ਨੂੰ ਜੱਦੀ ਪੁਸ਼ਤੀ ਸਮਝ ਕੇ ਨਾ ਵੀ ਚਲੋ ਸਾਡੀ ਮਜਬੂਰੀ ਹੈ ਜੀ, ਸਾਡਾ ਪਿਓ ਕਾਂਗਰਸੀ ਸੀ, ਸਾਡਾ ਦਾਦਾ ਕਾਂਗਰਸੀ ਸੀ, ਅਸੀਂ ਕਾਂਗਰਸ ਨੂੰ ਛੱਡ ਨਹੀਂ ਸਕਦੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ। ਮੇਰਾ ਖਿਆਲ ਹੈ ਕਿ ਇਸ ਗੁੰਡਾਗਰਦੀ ਤੋਂ ਦੁਖੀ ਹੋ ਕੇ ਉਹ ਕਾਂਗਰਸੀ ਪਰਿਵਾਰ ਵੀ ਕਾਂਗਰਸ ਦਾ ਵਿਰੋਧ ਕਰਨਗੇ ਤੇ ਇੱਕ ਤਰਫਾ ਜਿਹੜੀ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਏਗੀ। ਵਿਡੋ ਸਾਹਿਬ, ਜਿਹੜੀ ਮੁੱਖ ਹੁਣ ਜਿਹੜੀ ਧਰਨੇ ਦੇ ਵਿੱਚ ਮੰਗ ਤੁਹਾਡੀ ਉਹ ਕੀ ਰਹਿਣ ਵਾਲੀ ਹੈ ਕਿ ਨਾਮਜ਼ਦਗੀਆਂ ਦਾਖਲ ਜਿਹੜੀਆਂ ਉਹ ਪੈਰਾਮਿਲਟਰੀ ਫੋਰਸ ਦੀ ਮੰਗ ਕਰੋਗੇ ਕਿ ਤੁਹਾਨੂੰ ਇਹਦੇ ਤੇ ਪੁਲਿਸ ਤੇ ਅਜੇ ਵੀ ਵਿਸ਼ਵਾਸ ਹੈ ਵੀ ਇਹ ਨਿਰਪੱਖ ਹੋ ਕੇ ਕਰਵਾ ਸਕਦੀ ਦਾਖਲ? ਨਹੀਂ, ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ
ਕਾਂਗਰਸ ਤੋਂ ਲੋਕ ਦੁਖੀ ਨੇ, ਕਾਂਗਰਸ ਤੋਂ ਲੋਕ ਖਫਾ ਨੇ, ਕਾਂਗਰਸ ਨੂੰ ਲੋਕ ਸਬਕ ਸਿਖਾਉਣਾ ਚਾਹੁੰਦੇ ਨੇ ਤੇ ਕਾਂਗਰਸ ਜਿਹੜੀ ਇਹਨਾਂ ਚੋਣਾਂ 'ਚ ਬਦਮਾਸ਼ੀ ਕਰੂਗੀ। ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾ ਕੇ ਇਲੈਕਸ਼ਨ ਕਮਿਸ਼ਨ ਕੋਲੇ ਮੰਗ ਕਰਦੀ ਰਹੀ ਹੈ ਕਿ ਇਹ ਜਿਹੜੀਆਂ ਨਾਮਜ਼ਦਗੀਆਂ ਦੀ ਵੀਡੀਓਗ੍ਰਾਫੀ ਕਰਾਈ ਜਾਵੇ, ਚੋਣਾਂ ਦੇ ਸਮੇਂ ਵੀ ਵੀਡੀਓਗ੍ਰਾਫੀ ਕਰਾਈ ਜਾਵੇ, ਔਰ ਚੋਣ ਪ੍ਰੋਸੈਸ ਦੇ ਦੌਰਾਨ, ਚੋਣ ਕੰਪੇਨ ਦੇ ਦੌਰਾਨ, ਚੋਣ ਪ੍ਰਚਾਰ ਦੇ ਦੌਰਾਨ ਸਮੁੱਚੇ ਪੰਜਾਬ ਦੇ ਅੰਦਰ ਜਿੱਥੇ ਵੀ ਚੋਣਾਂ ਹੋ ਰਹੀਆਂ ਨੇ ਉੱਥੇ ਪੈਰਾਮਿਲਟਰੀ ਫੋਰਸ ਜਿਹੜੇ ਆ ਉਹ ਜਿਹੜੇ ਆ ਅਰਧ ਸੈਨਿਕ ਬਲ ਜਿਹੜੇ ਆ ਉਹ ਤਾਇਨਾਤ ਕੀਤੇ ਜਾ ਸਕਣ। ਕਿਉਂਕਿ ਜਿਹੜੀ ਪੁਲਿਸ ਹੈ, ਹੈਰਾਨੀ ਦੀ ਗੱਲ ਹੈ ਕਿ ਏਡੀ ਘੱਟ, ਏਡੀ ਹੱਥਾਂ ਦਾ ਖਿਡੌਣਾ ਕਾਂਗਰਸੀਆਂ ਦਾ ਇੱਥੋਂ ਤੱਕ ਵੀ ਗਰਕ ਸਕਦੀ ਹੈ। ਕਿੱਥੇ ਜਾਊਗਾ ਲਾ ਐਂਡ ਆਰਡਰ, ਕਿੱਥੇ ਜਾਣਗੇ ਲੋਕ? ਤੇ ਇਸ ਕਰਕੇ ਅਸੀਂ ਤਾਂ ਸ਼ੁਰੂ ਤੋਂ ਮੰਗ ਕਰਦੇ ਹਾਂ ਤੇ ਹੁਣ ਤੇ ਜੋ ਕੁਛ ਹੈ ਹੁਣ ਤਾਂ ਇਲੈਕਸ਼ਨ ਕਮਿਸ਼ਨ ਦਾ ਫਰਜ਼ ਬਣਦਾ ਆ ਕਿ ਕੱਲ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ੀ ਵੀ ਦਾਖਲ ਕਰਵਾਵੇ ਔਰ ਜਿਹੜਾ ਆ ਇੱਥੇ ਨਿਰਪੱਖ ਚੋਣਾਂ ਕਰਾਉਣ ਵਾਸਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਅਰਧ ਸੈਨਿਕ ਬਲ ਜਿਹੜੇ ਤਾਇਨਾਤ ਕਰਨ ਦੀ ਤੇ ਵੀਡੀਓਗ੍ਰਾਫੀ ਦੀ ਉਹ ਜਿਹੜੀ ਆ ਪੂਰੀ ਹੋਣੀ ਚਾਹੀਦੀ। ਉਹਨਾਂ ਦੌਰਾਨ ਅੱਜ ਜਿਹੜਾ ਨਾਮਜ਼ਦਗੀ ਦਾਖਲ ਕਰਾਉਣ ਵੇਲੇ ਜੋ ਕੁਝ ਵੀ ਹੋਇਆ ਉਹਦੇ ਬਾਰੇ ਕੀ ਕਹਿਣਾ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਲੋਕਤੰਤਰ ਦੇ ਵਿੱਚ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੁੰਦਾ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਲੋਕਤੰਤਰ ਨੂੰ ਬਹਾਲ ਰੱਖਣਾ। ਤੇ ਜਿਸ ਤਰ੍ਹਾਂ ਦੀ ਅੱਜ ਸਰਕਾਰੀ ਧਿਰ ਨੇ, ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਦੀ ਅੱਜ ਗੁੰਡਾਗਰਦੀ ਦਿਖਾਈ ਹੈ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਕਾਂਗਰਸ ਦੇ ਮੂੰਹ ਤੇ ਕਾਲਖ ਕੋਈ ਨਹੀਂ ਹੋ ਸਕਦੀ। ਚੋਣਾਂ ਜਿੱਤਣਾ ਹਾਰਨਾ ਉਹ ਵੱਖਰੀ ਗੱਲ ਹੈ, ਪਰ ਅੱਜ ਕਾਂਗਰਸ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਕਰਨ ਦੀ ਲੋੜ ਕਿਉਂ ਪੈ ਗਈ? ਕਿਉਂਕਿ ਬੜੇ ਦਿਨਾਂ ਦੇ ਕਾਂਗਰਸੀ ਮੌਜੂਦਾ ਐਮਐਲਏ ਜਿਹੜੇ ਨੇ ਉਹਨਾਂ ਦੀ ਇਹੀ ਕੋਸ਼ਿਸ਼ ਸੀਗੀ ਕਿ ਇਹ ਮੈਂ ਚੋਣਾਂ ਜਿਹੜੀਆਂ ਭਿੱਖੀਵਿੰਡ ਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਤਣੀ ਹੈ। ਔਰ ਜਿਹੜੇ ਸੰਬੰਧਿਤ ਚੋਣ ਅਧਿਕਾਰੀ ਸੀ ਉਹਨਾਂ ਨੂੰ ਇਹੀ ਕਿਹਾ ਜਾਂਦਾ ਰਿਹਾ ਕਿ ਤੁਸੀਂ ਨੋ ਡਿਊ ਨਾ ਦਿਆ ਜੇ। ਸਾਨੂੰ ਹਾਈ ਕੋਰਟ ਜਾਣਾ ਪਿਆ ਉਹਦੇ ਵਾਸਤੇ, ਨੋ ਡਿਊ ਲੈਣ ਵਾਸਤੇ, ਇੱਕ ਵਾਰ ਛੱਡ ਕੇ 2 ਵਾਰਾਂ ਜਾਣਾ ਪਿਆ। ਔਰ ਫਿਰ ਇੱਥੋਂ ਤੱਕ ਕਿ ਜਿਹੜੇ ਰਿਟਰਨਿੰਗ ਆਫੀਸਰ ਨੇ, ਚੋਣ ਅਧਿਕਾਰੀ ਨੇ, ਮੌਜੂਦਾ ਵਿਧਾਇਕ ਵੱਲੋਂ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਕਿ ਕਾਗਜ਼ ਜੇ ਦਾਖਲ ਹੁੰਦੇ ਆ ਤੇ ਰੱਦ ਕਰ ਦਿੱਤੇ ਜਾਣ। ਜੋ ਮੈਨੂੰ ਪਤਾ ਲੱਗਾ ਉਹਨਾਂ ਅਫਸਰਾਂ ਨੂੰ ਮੈਂ ਸ਼ਾਬਾਸ਼ ਵੀ ਦਊਂਗਾ, ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਬਿਨਾਂ ਕਿਸੇ ਕਾਰਨ ਤੋਂ ਕਿਸੇ ਦਾ ਕਾਗਜ਼ ਰੱਦ ਨਹੀਂ ਕਰਨਾ। ਹੁਣ ਜਦੋਂ ਕਾਂਗਰਸੀ ਐਮਐਲਏ ਨੂੰ ਪਤਾ ਲੱਗ ਗਿਆ ਕਿ ਮੇਰਾ ਤਾਂ ਕੁਝ ਵੀ ਨਹੀਂ, ਜਿਹੜੇ ਮੇਰੇ ਮਨਸੂਬੇ ਉਹ ਤਾਂ ਫੇਲ ਹੋ ਰਹੇ ਨੇ, ਔਰ ਇੱਥੋਂ ਤੱਕ ਕਿ ਜਦੋਂ ਕਾਂਗਰਸੀ ਉਮੀਦਵਾਰਾਂ ਨੂੰ ਪਤਾ ਲੱਗਾ ਕਿ ਇੱਥੇ ਤੇ ਚੋਣਾਂ ਹੋਣ ਜਾ ਰਹੀਆਂ ਨੇ, ਜਿਹੜੇ ਆਪਣੇ ਆਪ 'ਚ ਵੈਸੇ ਬਣ ਕੇ ਬੈਠੇ ਸੀ, ਉਹਨਾਂ ਨੇ ਮੌਜੂਦਾ ਐਮਐਲਏ ਨੂੰ ਉਮੀਦਵਾਰ ਬਣਨ ਤੋਂ ਨਾ ਕਰ ਦਿੱਤੀ। ਉਹਨਾਂ ਆਪਣੀ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ। ਤੇ ਫਿਰ ਜਿਹੜਾ ਆ ਮੌਜੂਦਾ ਐਮਐਲਏ ਨੇ ਇਹੀ ਧਾਰਿਆ ਕਿ ਜਿੰਨੀ ਮੈਂ ਬਦਮਾਸ਼ੀ ਕਰ ਸਕਦਾ ਮੈਂ ਕਰਾਂ, ਔਰ ਪੁਲਿਸ ਦੀ ਛਤਰਛਾਇਆ 'ਚ। ਔਰ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਰਿਟਰਨਿੰਗ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਾਂ ਦਿੱਤਾ ਸੀਗਾ ਕਿ ਅੱਜ ਤੁਸੀਂ 2 ਜਿਹੜੀ ਫਰਵਰੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਆਣ ਕੇ ਆਪਦੀਆਂ ਨਾਮਜ਼ਦਗੀਆਂ ਦਾਖਲ ਕਰਵਾ ਸਕਦਾ ਹੈ, ਤੇ 3 ਫਰਵਰੀ ਜਿਹੜੀ ਆ ਉਹ ਕਾਂਗਰਸ ਵਾਸਤੇ ਨਿਰਧਾਰਿਤ ਕੀਤੀ ਗਈ ਸੀ। ਅਸੀਂ ਆਪਦੀ ਨਿਰਧਾਰਿਤ ਕੀਤੀ ਹੋਈ ਚੋਣ ਅਧਿਕਾਰੀ ਵੱਲੋਂ ਦਿੱਤੇ ਹੋਏ ਸਮੇਂ ਦੇ ਮੁਤਾਬਕ ਕਾਗਜ਼ ਦਾਖਲ ਕਰਾਉਣ ਦਾ ਜਿਹੜਾ ਆ ਉਹ ਅਸੀਂ ਉੱਥੇ ਦਫ਼ਤਰ ਪਹੁੰਚਣਾ ਸੀਗਾ, ਜਿਹੜਾ ਨਗਰ ਪੰਚਾਇਤ ਭਿੱਖੀਵਿੰਡ। ਪਰ ਅਸੀਂ ਵੇਖ ਕੇ ਹੈਰਾਨ ਰਹਿ ਗਏ ਜਾਂ ਸਾਡੇ ਕੋਲ ਜੋ ਰਿਪੋਰਟਾਂ ਆਈਆਂ ਕਿ ਬਾਹਰ ਤੇ ਸੈਂਕੜਿਆਂ ਦੀ ਤਾਦਾਦ 'ਚ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਬਦਮਾਸ਼ ਨੇ, ਗੁੰਡੇ ਨੇ, ਕਾਂਗਰਸ ਪਾਰਟੀ ਦੇ ਮੋਹਤਬਰ ਕਹਿ ਲਓ, ਕਾਂਗਰਸ ਪਾਰਟੀ ਦੇ ਵਰਕਰ ਕਹਿ ਲਓ, ਉਹ ਵੱਡੀਆਂ ਭੀੜਾਂ ਦੇ ਨਾਲ
ਹੱਥਾਂ 'ਚ ਡਾਂਗਾਂ, ਕਿਰਪਾਨਾਂ, ਬੇਸਬਾਲ, ਇੱਥੋਂ ਤੱਕ ਕਿ ਜਿਹੜੇ ਫਾਇਰ ਆਰਮਸ ਨੇ, ਪਿਸਤੌਲ ਤੇ ਹੋਰ ਬੰਦੂਕਾਂ ਵਗੈਰਾ ਲੈ ਕੇ ਵੀ ਸ਼ਰੇਆਮ ਉੱਥੇ ਲਲਕਾਰੇ ਮਾਰ ਰਹੇ ਆ ਵੀ ਵੇਖਾਂਗੇ ਕਿਹੜਾ ਕਾਗਜ਼ ਦਾਖਲ ਕਰਾਉਣਾ ਹੁੰਦਾ। ਤੇ ਮੈਂ ਫਿਰ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ, ਮੈਂ ਜ਼ਿਲ੍ਹੇ ਦੇ ਡੀਸੀ ਨਾਲ ਗੱਲ ਕੀਤੀ, ਮੈਂ ਜ਼ਿਲ੍ਹੇ ਦੇ ਐਸਐਸਪੀ ਨਾਲ ਗੱਲ ਕੀਤੀ, ਮੈਂ ਸੰਬੰਧਿਤ ਡੀਐਸਪੀ ਨਾਲ ਗੱਲ ਕੀਤੀ। ਡੀਐਸਪੀ ਨੇ ਮੇਰੇ ਨਾਲ ਆਪਣੇ ਫੋਨ ਤੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ, ਕਿਸੇ ਹੋਰ ਤੋਂ ਕਿਸੇ ਹੋਰ ਤੋਂ ਮੈਨੂੰ ਫੋਨ ਕੀਤਾ ਕਿਸੇ ਨੰਬਰ ਤੋਂ, ਤੇ ਉਹਦੀ WhatsApp ਕਾਲ ਦੇ ਉੱਤੇ ਮੇਰੇ ਨਾਲ ਨੇ ਗੱਲ ਕੀਤੀ, ਕਿਉਂਕਿ ਸੰਬੰਧਿਤ ਡੀਐਸਪੀ ਨੂੰ ਉਹਦੇ ਬੌਸ ਵੱਲੋਂ, ਮੌਜੂਦਾ ਵਿਧਾਇਕ ਵੱਲੋਂ ਹਦਾਇਤਾਂ ਸੀ ਕਿ ਕਾਗਜ਼ ਦਾਖਲ ਨਹੀਂ ਹੋਣ ਦੇਣੇ, ਔਰ ਜੇ ਲੋੜ ਪਵੇ ਤੇ ਕਾਂਗਰਸੀ ਗੁੰਡਿਆਂ ਦੀ ਸਰਪ੍ਰਸਤੀ ਕਰਨੀ। ਔਰ ਮੈਂ ਉਹਦੇ ਨਾਲ ਗੱਲ ਕੀਤੀ। ਮੈਂ ਵਾਰ-ਵਾਰ ਅਫਸਰਾਂ ਨਾਲ, ਜ਼ਿਲ੍ਹੇ ਦਿਆਂ ਨਾਲ, ਸੰਬੰਧਿਤ ਜਿਹੜੇ ਅਫੀਸਰ ਸੀ ਉਹਨਾਂ ਨਾਲ ਗੱਲ ਕਰਦਾ ਰਿਹਾ। ਇੱਕ ਡੀਐਸਪੀ ਤਰਨਤਾਰਨ ਤੋਂ ਸਪੈਸ਼ਲ ਭੇਜੇ ਗਿਆ ਜਗੀਰ ਸਿੰਘ, ਮੈਂ ਉਹਨਾਂ ਨਾਲ ਵੀ ਗੱਲ ਕੀਤੀ। ਬਾਅਦ ਚ ਉਹਨਾਂ ਨੇ ਫੋਨ ਚੁੱਕਣਾ ਹੀ ਮੁਨਾਸਬ ਨਹੀਂ ਸਮਝਿਆ। ਤੇ ਬਾਅਦ ਚ ਜਿਹੜੇ ਲੋਕਲ ਡੀਐਸਪੀ ਨੇ ਉਹਨਾਂ ਨੇ ਮੇਰੇ ਕੋਲੇ ਸੁਨੇਹਾ ਭੇਜਿਆ ਕਿ ਲੜਾਈ ਹੋ ਜੂਗੀ ਜੀ, ਤੁਹਾਡੇ ਸੱਟਾਂ ਲੱਗ ਜਾਣਗੀਆਂ ਜੀ, ਤੁਹਾਡੇ ਤੇ ਹਮਲਾ ਹੋ ਜਾਊਗਾ ਜੀ, ਪਤਾ ਨਹੀਂ ਕੀ ਬਣੂਗਾ ਜੀ, ਤੁਸੀਂ ਕਾਗਜ਼ ਹੀ ਦਾਖਲ ਨਾ ਕਰਾਓ ਜੀ, ਸਾਡੇ ਕੋਲੇ ਫੋਰਸ ਘੱਟ ਹੈ ਜੀ। ਹੁਣ ਮੇਰਾ ਖਿਆਲ ਹੈ ਕਿ 150 ਬੰਦਾ ਪੁਲਿਸ ਦਾ ਹੋਣਾ, ਤੇ ਪੁਲਿਸ ਦੇ 2 ਬੰਦੇ ਹੋਣ ਤੇ 1000 ਬੰਦਾ ਹੋਵੇ ਤੇ ਕੰਟਰੋਲ ਕਰ ਸਕਦੀ, ਤੇ ਤੁਸੀਂ ਕਾਗਜ਼ ਨਾ ਦਾਖਲ ਕਰੋ। ਮੈਂ ਕਿਹਾ ਯਾਰ ਸਾਨੂੰ ਅੱਜ ਦਾ ਟਾਈਮ ਦਿੱਤਾ ਹੈ, ਕੱਲ ਦਾ ਦਿਨ ਬਾਕੀ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਕਿਹਾ ਤੁਸੀਂ, ਅਸੀਂ ਕੋਈ ਨਹੀਂ ਸਾਡਾ ਬੰਦਾ ਹੁੰਦਾ। ਤੇ ਮੈਂ ਕਿਹਾ ਮੈਂ ਵੀ ਇੱਥੋਂ ਚਲੇ ਜਾਣਾ ਤੇ ਬਾਕੀਆਂ ਨੂੰ ਮੈਂ ਕੱਢ ਦੇਣਾ। ਜਿਹੜੇ ਮਗਰ ਕੋਈ ਉਮੀਦਵਾਰਾਂ ਦੇ 2-2, 4-4 ਜਿਹੜੇ ਮਹਿਤੀ ਆਏ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਉਮੀਦਵਾਰਾਂ ਨੂੰ ਆਪਦੀ ਪ੍ਰੋਟੈਕਸ਼ਨ ਦੇ ਵਿੱਚ ਅੰਦਰ ਲੈ ਜਾਓ ਤੇ ਉਹਨਾਂ ਦੇ ਕਾਗਜ਼ ਦਾਖਲ ਕਰਾ ਦਿਓ। ਚਲੋ ਉਹ ਫੇਰ ਜੀ ਕੀ ਫਾਇਦਾ ਹੋਊਗਾ ਜੀ, ਕਿਤੇ ਇਹਨਾਂ ਦੇ ਗਲ ਪੈ ਗਏ ਜੀ। ਤੇ ਮੈਂ ਕਿਹਾ ਤੁਸੀਂ ਕੱਢ ਲੀਜੇ, ਤੁਸੀਂ ਕੱਢ ਲੀਜੇ। ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤੇ ਫਿਰ ਪੁਲਿਸੀਆ ਤੰਤਰ ਕਿੱਥੇ ਚਲਾ ਗਿਆ, ਪ੍ਰਸ਼ਾਸਨ ਕਿੱਥੇ ਚਲਾ ਗਿਆ, ਲਾਅ ਐਂਡ ਆਰਡਰ ਕਿੱਧਰਲੇ ਪਾਸੇ ਨੂੰ ਜਾ ਰਿਹਾ ਹੈ? ਤੇ ਮੈਂ ਕਿਹਾ ਚਲ ਅਸੀਂ ਲੇਡੀਜ਼ ਰਹਿਣ ਦਿੰਦੇ ਆ, ਅਸੀਂ ਜੈਂਟਸ ਜਿਹੜੇ ਆ ਉਹ ਭੇਜ ਦਿੰਦੇ ਆ ਤੇ ਕੰਟਰੋਲ ਤੁਸੀਂ ਕਰਿਆ ਜੀ। ਤੇ ਬਾਕੀ ਜਿਆਦੀ ਗੱਲ ਅਸੀਂ ਕਾਗਜ਼ ਜਿਹੜੇ ਆ ਤੁਸੀਂ ਮਾਹੌਲ ਠੀਕ ਕਰੋ, ਅਸੀਂ ਉਹ ਉਦੋਂ ਜਮ੍ਹਾਂ ਕਰਾ ਦਿੰਦੇ। ਲਓ ਜੀ, ਡੀਐਸਪੀ ਦੀ ਸਹਿਮਤੀ ਦੇ ਨਾਲ ਅਸੀਂ ਬੰਦੇ ਭੇਜੇ। ਮੈਂ ਉੱਥੋਂ ਚਲਾ ਗਿਆ। ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਹ ਕਾਗਜ਼ ਦਾਖਲ ਕਰਾਉਣ ਵਾਸਤੇ ਗਏ ਆ। ਤੇ ਬਾਕੀ ਜਿਹੜਾ ਜੋ ਕੁਛ ਵਾਪਰਿਆ ਹੈ, ਜਿਸ ਤਰ੍ਹਾਂ ਦੀ ਬਦਮਾਸ਼ੀ ਹੋਈ ਹੈ, ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਹੈ, ਮੇਰੇ ਤੋਂ ਵੱਧ ਮੈਂ ਤਾਂ ਸੁਣੀ ਹੈ ਨਾ, ਜਾਂ ਮੇਰੇ ਕੋਲ ਤੇ ਵੀਡੀਓ ਆਈਆਂ ਨੇ ਨਾ, ਜਾਂ ਮੈਨੂੰ ਤਾਂ ਦੱਸਿਆ ਗਿਆ ਹੈ ਨਾ, ਤੁਸੀਂ ਦੇਖਿਆ। ਲੈ ਤੁਸੀਂ ਦੱਸ ਦਿਓ, ਜਿੰਨੀ ਤੁਹਾਡੀ ਉਮਰ ਹੋ ਗਈ, ਜਦੋਂ ਤੋਂ ਤੁਸੀਂ ਹੋਸ਼ ਸੰਭਾਲੀ ਹੈ, ਕਦੀ ਚੋਣਾਂ ਦੇ ਵਿੱਚ ਇਹੋ ਜਿਹੀ ਗੁੰਡਾਗਰਦੀ ਵੇਖੀ? ਚੋਣਾਂ ਛੱਡ ਕੇ ਕੀ, 2 ਧੜੇ ਵੀ ਜਿਨ੍ਹਾਂ ਦੇ ਸਿਰ ਵੱਢਵੇਂ ਵੈਰ ਵੀ ਹੋਣ, ਉਹ ਵੀ ਕਦੇ ਮੇਰਾ ਖਿਆਲ ਇਹੋ ਜਿਹਾ ਬਦਮਾਸ਼ੀ ਨਹੀਂ ਕਰਦੇ, ਇਹੋ ਜਿਹਾ ਹਮਲਾ ਨਹੀਂ ਕਰਦੇ ਜਿਹੋ ਜਿਹਾ ਅੱਜ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਦੇ ਉੱਤੇ ਕੀਤਾ ਗਿਆ ਹੈ। ਤੇ ਮੈਂ ਪੁੱਛਣਾ ਚਾਹੁੰਦਾ ਕਿ ਡੀਸੀ ਤਰਨਤਾਰਨ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ, ਐਸਐਸਪੀ ਤਰਨਤਾਰਨ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ, ਮੇਰੇ ਕੋਲ ਰਿਕਾਰਡਿੰਗ ਹੈ ਉਹਨਾਂ ਦੀ, ਜਿਨ੍ਹਾਂ ਨੂੰ ਮੈਂ ਸੁਚੇਤ ਕੀਤਾ ਹੈ। ਤੇ ਮੇਰਾ ਖਿਆਲ ਹੈ ਕਿ ਇਹ ਲਗਭਗ 2:30 ਵਜੇ ਦੀ ਘਟਨਾ ਹੈ ਜਿਹੜੀ ਇਹ ਬਦਮਾਸ਼ੀ ਹੋਈ ਹੈ, ਕਿਉਂਕਿ 3 ਵਜੇ ਵਾਲੇ ਸੀ ਤੇ ਹੋਰ ਕਿੰਨੀ ਕੁ ਅਸੀਂ ਵੇਟ ਕਰ ਸਕਦੇ ਸੀਗੇ। ਉਹ ਵੀ ਡੀਐਸਪੀ ਦੀ ਪਰਮਿਸ਼ਨ ਤੋਂ ਬਾਅਦ ਅਸੀਂ ਕਾਗਜ਼ ਦਾਖਲ ਕਰਾਉਣ ਗਏ ਹਾਂ। ਇਸ ਕਰਕੇ ਸਾਡੇ ਉੱਥੇ ਵਰਕਰਾਂ ਦੇ ਉੱਤੇ ਜਿਸ ਰੂਪ 'ਚ ਹਮਲਾ ਕੀਤਾ ਗਿਆ, ਜਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਹੈ, ਜਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ, ਅੱਧਾ ਘੰਟਾ ਚਲਾਈਆਂ ਗਈਆਂ, ਕਾਂਗਰਸੀ ਸਰਪੰਚਾਂ ਵੱਲੋਂ ਚਲਾਈਆਂ ਗਈਆਂ ਨੇ, ਕਾਂਗਰਸੀ ਮੋਹਤਬਰਾਂ ਵੱਲੋਂ ਵੀ ਚਲਾਈਆਂ ਗਈਆਂ ਨੇ, ਤੇ ਜਿਹਦੇ ਵਿੱਚ ਸਾਡੇ ਅਕਾਲੀ ਵਰਕਰ ਵੀ ਗੋਲੀ ਨਾਲ ਫੱਟੜ ਹੋਏ ਨੇ, ਔਰ ਤੇਜ਼ ਧਾਰ ਹਥਿਆਰਾਂ ਨਾਲ ਫੱਟੜ ਹੋਏ ਨੇ, ਡਾਂਗਾਂ ਵੱਜੀਆਂ ਨੇ। ਔਰ ਸਭ ਤੋਂ ਵੱਡੀ ਤੁਸੀਂ ਬਦਮਾਸ਼ੀ ਇਹ ਦੇਖੋ ਕਿ ਜਿਹੜੇ ਕਾਂਗਰਸੀ ਗੁੰਡੇ ਨੇ ਜਾਂ ਭੀੜ ਸੀ, ਉਹ ਕੇਵਲ ਉੱਥੇ ਨਹੀਂ ਰੁਕੀ।
ਜਿਹੜੇ ਸਾਡੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਨੇ ਔਰ ਮੌਜੂਦਾ ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਅਮਰਜੀਤ ਸਿੰਘ ਢਿੱਲੋਂ, ਉਹਨਾਂ ਦੇ ਘਰ ਦੇ ਉੱਤੇ ਜਾ ਕੇ ਹਮਲਾ ਕੀਤਾ, ਜਿੱਥੋਂ ਅਕਾਲੀ ਉਮੀਦਵਾਰ ਕਾਗਜ਼ ਦਾ ਹੱਲ ਕਰਾਉਣ ਵਾਸਤੇ ਆਏ ਸੀ, ਜਿੱਥੇ ਬੀਬੀਆਂ ਵੀ ਵਿਚਾਰੀਆਂ ਉਮੀਦਵਾਰ ਬੈਠੀਆਂ ਸੀਗੀਆਂ, ਘਰ ਦੇ ਉੱਤੇ ਹਮਲਾ ਕੀਤਾ। ਔਰ ਉਹਨਾਂ ਦੀ ਡੇਅਰੀ ਸੀ, ਡੇਅਰੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ, ਸ਼ੀਸ਼ੇ ਭੰਨ ਦਿੱਤੇ ਗਏ, ਕਾਰਾਂ ਭੰਨ ਦਿੱਤੀਆਂ ਗਈਆਂ, ਔਰ ਜਿਹੜਾ ਉੱਥੇ ਡੇਅਰੀ ਤੇ ਕੰਮ ਕਰਦਾ ਸੀ ਮੁੰਡਾ, ਉਹਨੂੰ ਫੱਟੜ ਕਰ ਦਿੱਤਾ ਗਿਆ। ਔਰ ਘਰ ਦੇ ਵਿੱਚ ਦਾਖਲ ਹੋਏ ਤੇ ਘਰ ਦੇ ਵਿੱਚ ਜਨਾਨੀਆਂ ਨੂੰ ਭੱਜ ਕੇ ਚੀਕਾਂ ਮਾਰਦਿਆਂ ਆਪਦੀ ਜਾਨ ਬਚਾਉਣੀ ਪਈ। ਇਹ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਅਸਲੀਅਤ ਹੈ ਤੇ ਇਹ ਲੋਕਤੰਤਰ ਦੇ ਹਾਲਾਤ ਨੇ ਤੇ ਇਹ ਚੋਣ ਪ੍ਰਕਿਰਿਆ ਦੇ ਹਾਲਾਤ ਨੇ। ਕੀ ਹੋ ਜੂ? ਵੱਧ ਤੋਂ ਵੱਧ ਨਗਰ ਕੌਂਸਲ ਤੇ ਕਬਜ਼ਾ ਹੀ ਕਰ ਲਓਗੇ ਨਾ। ਇਹ ਤਾਂ ਕਬਜ਼ਾ ਆ ਬਦਮਾਸ਼ੀ ਨਾਲ, ਜਿਸ ਤਰ੍ਹਾਂ ਕਹਿੰਦੇ ਨਾ ਕਿ ਇੱਕ ਦੇਸ਼ ਨੇ ਦੂਜੇ ਦੇਸ਼ ਤੇ ਕਬਜ਼ਾ ਕੀਤਾ ਹੁੰਦਾ ਹਥਿਆਰਬੰਦ ਹੋ ਕੇ, ਇਹ ਤਾਂ ਤੁਸੀਂ ਉਹ ਕੀਤਾ। ਤੇ ਹੋਰ 6 ਮਹੀਨਿਆਂ ਨੂੰ ਚੋਣਾਂ ਆ ਜਾਣੀਆਂ ਨੇ। ਇਹ ਜਿਹੜੇ ਕਹਿੰਦੇ ਆ ਕਿ ਅਸੀਂ MC ਬਣ ਜਾਣਾ ਆ, ਪਹਿਲੀ ਤਾਂ ਗੱਲ ਹੈ ਕਿ ਅਸੀਂ ਅੱਜ ਧਰਨਾ ਦੇਣ ਜਾ ਰਹੇ ਹਾਂ। ਲੋਕਤੰਤਰ ਨੇ ਸਾਨੂੰ ਸ਼ਕਤੀ ਦਿੱਤੀ ਹੈ, ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ ਔਰ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ, ਬਦਮਾਸ਼ੀ ਕੀਤੀ ਹੈ, ਉਹਨਾਂ ਦੇ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ, ਉਹ ਗ੍ਰਿਫਤਾਰ ਕੀਤੇ ਜਾਣ ਤੇ ਇੱਥੇ ਨਿਰਪੱਖ ਜਿਹੜੀਆਂ ਨੇ, ਅਸੀਂ ਇਲੈਕਸ਼ਨ ਕਮਿਸ਼ਨ ਕੋਲੋਂ ਵੀ ਮੰਗ ਕਰਦੇ ਹਾਂ ਕਿ ਇੱਥੇ ਨਿਰਪੱਖ ਜਿਹੜੀਆਂ ਨੇ ਉਹ ਚੋਣਾਂ ਕਰਵਾਈਆਂ ਜਾਣ। ਬਟੂਆ ਸਾਹਿਬ, ਇਹਦੇ ਸਬੰਧ ਦੇ ਵਿੱਚ ਤੁਸੀਂ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਉਹਨਾਂ ਨੂੰ ਕੋਈ ਸੂਚਨਾ ਭੇਜ ਰਹੇ ਜੇ, ਉਹਨਾਂ ਨੂੰ ਇਹਦੇ ਬਾਰੇ ਜਾਣੂ ਕਰਵਾ ਰਹੇ? ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ, ਬਕਾਇਦਾ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਮਿਲ ਪਏ ਹੋਣਗੇ ਜਾਂ ਮਿਲਣ ਵਾਲੇ ਨੇ, ਉਹ ਸੂਚਿਤ ਕਰ ਦਿੱਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹਲਕਾ ਖੇਮਕਰਨ ਦੇ ਵਰਕਰਾਂ ਵੱਲੋਂ ਭਿੱਖੀਵਿੰਡ ਵਿਖੇ ਇਸ ਗੁੰਡਾਗਰਦੀ ਦੇ ਵਿਰੁੱਧ ਧਰਨਾ ਦਿੱਤਾ ਜਾ ਰਿਹਾ, ਉਹਦੇ ਵਿੱਚ ਤਾਂ ਬਿਕਰਮ ਸਿੰਘ ਮਜੀਠੀਆ ਵੀ ਜਿਹੜੇ ਨੇ ਤੇ ਹੋਰ ਆਗੂ ਸਾਹਿਬਾਨ ਜਿਹੜੇ ਨੇ ਉਹ ਵੀ ਸ਼ਮੂਲੀਅਤ ਕਰਨ। ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤੜੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ-ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਭਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਰੀਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94 784 84087।